ਜਿੱਦਾਂ ਕਿ ਤੁਹਾਨੂੰ ਪਤਾ ਕਿ ਮੇਰੇ ਤੇ 14 ਤਰੀਕ ਨੂੰ ਦਿਨ ਦੇ ਵਿੱਚ ਹਮਲਾ ਚੌਂਕੀ ਗਿਆ ਤਾਂ ਪੁਲਿਸ ਵਾਲੇ ਮੈਨੂੰ ਕਹਿੰਦੇ ਪਿਆ ਕਿ ਮਨੋਜ ਜੀ ਤੁਸੀਂ ਆਪਣੇ ਹੀ ਬਿਆਨ 'ਚ ਕਹਿ ਰਿਹਾ ਕਿ ਤੁਸੀਂ ਆ ਕੇ ਐਕਸ-ਰੇ ਕਰਾ ਲਿਓ ਤੇ ਆਪਣੇ ਹੀ ਬਿਆਨ ਇਹਦੇ ਬਦਲਦੇ ਨਜ਼ਰ ਆਉਂਦੇ ਆ। ਤੇ ਤੁਸੀਂ ਆਪ ਦੇਖੋ ਕਿੰਨਾ ਸ਼ਾਤਰ ਦਿਮਾਗ ਦਾ ਜਿਹੜਾ ਡਾਕਟਰ ਨੇ ਆਪਰੇਸ਼ਨ ਦੱਸਤਾ ਤੇ ਉਸ ਨੂੰ ਲੈ ਕੇ ਹੀ ਸਾਰੇ ਜਾਣਦੇ ਆ, ਕੈਂਟ ਨਿਵਾਸੀ ਵੀ, ਜਲੰਧਰ ਨਿਵਾਸੀ ਵੀ, ਫਿਰ ਉਹਨਾਂ ਦੇ ਮੂੰਹ ਤੋਂ ਹੀ ਮਾਂ ਭੈਣ ਦੀ ਗੱਲ ਰਹਿੰਦੀ ਆ ਤੇ ਗੱਲ ਕੌਣ ਕਰਦਾ ਸਾਰਿਆਂ ਨੂੰ ਪਤਾ। ਉਹਦੇ ਵਿੱਚ ਆ ਕੇ ਦੇਖੋ ਪੂਰੇ ਲੀਡਰਾਂ ਨਾਲ ਇਹਨਾਂ ਦੀ ਫੋਟੋ ਸੀਗਾ, ਸਹੀ ਗੱਲ ਇਹਨਾਂ ਨੇ ਕਹੀ ਆ। ਉਹ ਵੀ ਮੈਂ ਆਪਣੀ ਮੈਰਿਜ ਤੇ 70000 ਰੁਪਏ ਇਹਨਾਂ ਕੋਲ ਲਿਆ ਸੀ, ਜਿਹਦਾ ਇਹਨਾਂ ਨੇ ਵਿਆਜ ਪਾ ਕੇ ਮੇਰੇ ਕੋਲ 2.5 ਲੱਖ ਰੁਪਏ 2.5 ਲੱਖ ਰੁਪਏ ਮੈਂ ਇਹਨਾਂ ਦੀ ਛਪਾਰੇ ਮੈਂ ਨਹੀਂ। ਸਭ ਤੋਂ ਵੱਡੀ ਗੱਲ, ਕੋਈ ਵੀ ਬਿਲਡਿੰਗ ਜਾਂ ਕੋਈ ਵੀ ਦੁਕਾਨ, ਕੋਈ ਵੀ ਗਰੀਬ ਇਨਸਾਨ ਕਿੰਨੀ ਮੁਸ਼ਕਿਲ ਨਾਲ ਆਪਣਾ ਘਰ ਬਣਾਉਂਦਾ, ਤਾਂ ਕੈਂਟ ਦੇ ਵਿੱਚ ਜਾ ਕੇ ਅਗਰ ਕੋਈ ਥੜਾ ਵੀ ਬਣਾ ਰਿਹਾ ਤੇ ਇਹ ਲੋਕ ਸ਼ਕਤੀਮਾਨ ਬਣ ਕੇ ਫੋਟੋ ਖਿੱਚਣ ਪਹੁੰਚ ਜਾਂਦੇ ਆ ਤੇ ਲਿਆਓ ਜੀ 500 ਲਿਆਓ, 1000 ਲਿਆਓ ਜੀ। ਜਿਹੜੀ ਵੀ ਇਹਨਾਂ ਨੇ ਉਹ ਖਬਰ ਲਵਾਈ ਆ, ਜਿਨ੍ਹਾਂ ਨੂੰ ਫੇਕ ਕਿਹਾ ਪੱਤਰਕਾਰਾਂ ਸਾਰੇ ਮੇਰੇ ਭਰਾਵਾਂ ਨੂੰ, ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰੂੰਗਾ ਉਸ ਵੈਬਸਾਈਟ ਤੇ ਉਸ ਪੋਰਟਲ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। सुनील जी, पहले नमस्कार ਤੁਹਾਡਾ। ਅੱਜ ਤੁਸੀਂ ਪ੍ਰੈਸ ਕਾਨਫਰੰਸ ਬੁਲਾਈ ਹੈ ਤੇ ਇਸ ਕਿਸ ਵਿਸ਼ੇ 'ਤੇ ਤੁਸੀਂ ਪ੍ਰੈਸ ਕਾਨਫਰੰਸ ਬੁਲਾਈ? ਪਹਿਲਾਂ ਤਾਂ ਸਾਰੇ ਮੇਰੇ ਵੱਡੇ ਛੋਟੇ ਭੈਣ ਭਰਾ ਜਿੰਨੇ ਵੀ ਇੱਥੇ ਪਹੁੰਚੇ ਆ, ਸਾਰਿਆਂ ਦਾ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦਾ, ਧੰਨਵਾਦ ਕਰਦਾ ਸਾਰਿਆਂ ਨੂੰ, ਨਮਸਕਾਰ। ਤੇ ਪ੍ਰੈਸ ਕਾਨਫਰੰਸ ਜਿੱਦਾਂ ਕਿ ਤੁਹਾਨੂੰ ਪਤਾ ਕਿ ਮੇਰੇ ਤੇ 14 ਤਰੀਕ ਨੂੰ ਜਿਮ ਦੇ ਵਿੱਚ ਹਮਲਾ ਹੋਇਆ ਸੀ, ਜਿਸ ਨੂੰ ਅੱਜ ਕਿੰਨੇ ਦਿਨ ਬੀਤਣ ਤੋਂ ਬਾਅਦ ਵੀ ਕੋਈ ਵੀ ਇਨਸਾਫ ਜਿਹੜਾ ਮੈਨੂੰ ਨਹੀਂ ਮਿਲਿਆ। ਤੇ ਮੇਰੀ ਅੱਖ ਦਾ ਜਿਹੜਾ ਡਾਕਟਰ ਨੇ ਆਪਰੇਸ਼ਨ ਦੱਸਤਾ ਤੇ ਉਸ ਨੂੰ ਲੈ ਕੇ ਹੀ ਅੱਜ ਮੈਂ ਪ੍ਰੈਸ ਵਾਰਤਾ ਕਰ ਰਿਹਾ। ਜਿਹੜਾ ਅਪਰਾਧੀ ਹੈਗਾ, ਆਰੋਪੀ ਹੈਗਾ, ਉਹ ਕਿਸ ਤਰੀਕੇ ਨਾਲ ਖਬਰਾਂ ਲਵਾ ਰਿਹਾ ਔਰ ਮੇਰੇ ਤੇ ਆਰੋਪ ਲਾ ਰਿਹਾ ਹੈ। ਸੁਨੀਲ ਜੀ, ਇੱਕ ਵਾਰੀ ਫੈਨ ਚਲਾਉਣ ਦੇ ਪਿੱਛੇ ਇੰਨੀ ਵੱਡੀ ਲੜਾਈ ਕਿਉਂ? ਹਾਂ, ਬਹੁਤ ਅੱਛਾ ਤੁਹਾਡਾ ਸਵਾਲ ਆ ਕਿ ਇੱਕ ਵਾਰ ਫੈਨ ਚਲਾਨ ਕਰਕੇ ਲੜਾਈ ਨਹੀਂ ਹੋਈ। ਉਹਨਾਂ ਨੇ 5 ਵਾਰੀ ਫੈਨ ਬਾਰ-ਬਾਰ ਚਲਾਇਆ, ਜਦ ਕਿ ਤੁਹਾਨੂੰ ਪਤਾ ਮੈਂ ਇੱਕ ਬੋਡੀ ਬਿਲਡਰ ਹਾਂ ਔਰ ਪ੍ਰੋਫੈਸ਼ਨਲ ਬੋਡੀ ਬਿਲਡਰ। ਜਿੱਦਾਂ ਕਿ ਮੇਰਾ ਭਰਾ ਖਬਰਾਂ ਦੇ ਵਿੱਚ ਦੱਸਦਾ ਪਿਆ ਕਿ ਇੱਕ ਬੋਡੀ ਬਿਲਡਰ ਆ ਤੇ ਮੈਂ ਇੱਕ ਪ੍ਰੋਫੈਸ਼ਨਲ ਬੋਡੀ ਬਿਲਡਰ ਵੀ ਹਾਂ ਔਰ ਪ੍ਰੋਫੈਸ਼ਨਲ ਪੱਤਰਕਾਰ ਵੀ ਹਾਂ, ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ। ਤੇ ਜਦ ਇੱਕ ਬੋਡੀ ਬਿਲਡਰ ਤਿਆਰੀ ਕਰਦਾ, ਉਹ 6-6 ਮਹੀਨੇ ਸਾਲ ਰੋਟੀ ਨਹੀਂ ਖਾਂਦਾ। ਜਦ ਕਿ ਮੇਰਾ ਮਿਸਟਰ ਪੰਜਾਬ ਦਾ ਕੰਪੀਟੀਸ਼ਨ ਸੀ 23 ਤਰੀਕ ਨੂੰ, ਜਿਹਦੀ ਮੈਂ ਦਿਲ ਜਾਨ ਨਾਲ ਤਿਆਰੀ ਕਰਦਾ ਪਿਆ ਸੀ। ਉਹ ਜਦ ਵਰਕਆਊਟ ਕਰ ਰਿਹਾ ਸੀ, ਮੈਂ ਆਪਣੇ ਬਾਈਸੈਪ ਵਰਕਆਊਟ ਕਰ ਰਿਹਾ ਸੀ, ਮੈਨੂੰ ਸਵੈਟਿੰਗ ਬਹੁਤ ਜ਼ਿਆਦਾ ਹੋਈ ਪਈ ਸੀ। ਮੈਂ ਉਹਨੂੰ ਕਿਹਾ, ਬ੍ਰਦਰ ਮੇਰੇ ਭਰਾ ਮਨੋਜ ਜੀ, ਮੈਂ ਕਿਹਾ ਮੈਂ 4 ਦਿਨ ਤੁਹਾਡੇ ਭਰਾ ਦੇ ਕੰਪੀਟੀਸ਼ਨ ਦਾ ਰਹਿ ਗਏ ਆ ਤੇ ਪਲੀਜ਼ ਫੈਨ ਨਾ ਚਲਾਓ। ਉਹ ਮੈਂ ਇੰਨੀ ਗੱਲ ਕਹੀ ਆ, ਉਹਨਾਂ ਨੇ ਫੇਰ ਫੈਨ ਚਲਾਤਾ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਨਾ ਕੀਤਾ, ਉਹਨਾਂ ਨੇ ਫੇਰ ਚਲਾਤਾ। ਤੀਜੀ ਵਾਰੀ ਮੈਂ ਫੇਰ ਮਨਾ ਕੀਤਾ, ਉਹਨਾਂ ਨੇ ਫੇਰ ਚਲਾਤਾ। ਇਦਾਂ ਕਰਦੇ 5 ਵਾਰ ਫੈਨ ਉਹਨਾਂ ਨੇ ਬਾਰ-ਬਾਰ ਚਲਾਇਆ, ਤਾਂ ਫਾਈਟ ਹੋਈ ਸੀ। ਸੁਨੀਲ ਜੀ, ਮਨੋਜ ਜੀ ਦਾ ਕਹਿਣਾ ਕਿ ਤੁਸੀਂ ਉਹਨਾਂ ਨੂੰ ਗਾਲਾਂ ਕੱਢੀਆਂ। ਸਰ, ਮੇਰੀ ਅੱਜ ਇੰਨੀ ਉਮਰ ਹੋ ਗਈ ਆ ਤੇ ਮੈਂ ਇੱਕ ਜ਼ਿੰਮੇਵਾਰ ਨਾਗਰਿਕ ਹਾਂ ਤੇ ਮੈਂ ਸ਼ਹਿਰ ਦੀਆਂ ਕਈ ਇਦਾਂ ਦੀ ਮੀਡੀਆ ਐਸੋਸੀਏਸ਼ਨਾਂ ਵੱਡੀਆਂ ਜਿਨ੍ਹਾਂ ਦੇ ਵਿੱਚ ਮੈਂ ਅਹੁਦੇਦਾਰ ਹਾਂ ਤੇ ਮੈਂ ਅੱਜ ਆਪਣੇ ਬੇਟੇ ਨੂੰ ਵੀ ਜੀ ਤੋਂ ਇਲਾਵਾ ਗੱਲ ਨਹੀਂ ਕਰਦਾ। ਤੇ ਸ਼ਹਿਰ ਦੇ ਵਿੱਚ ਸਾਰੇ ਮੈਨੂੰ ਜਾਣਦੇ ਆ ਕਿ ਮੈਂ ਕਿੰਨੇ ਰਿਸਪੈਕਟਫੁਲ ਇਨਸਾਨ ਆ ਔਰ ਜਿਮ ਦੇ ਵਿੱਚ ਵੀ ਮੈਂ ਕਿੰਨੀ ਰਿਸਪੈਕਟ ਨਾਲ ਸਾਰਿਆਂ ਨਾਲ ਗੱਲ ਕਰਦਾ। ਔਰ ਮਨੋਜ ਜੀ ਬਾਰੇ ਵੀ ਸਾਰੇ ਜਾਣਦੇ ਆ, ਜਿੱਥੇ ਉਹ ਰਹਿੰਦੇ ਆ ਮੇਰੇ ਖਿਆਲ ਨਾਲ ਗੋਲਡਨ ਕਲੋਨੀ ਦੀਪਨਗਰ ਦੇ ਵਿੱਚ, ਉੱਥੇ ਦੀ ਕੋਈ ਇਦਾਂ ਦੀ ਲੇਡੀਜ਼, ਕੋਈ ਇਦਾਂ ਦੀ ਮਹਿਲਾ ਹੋਊਗੀ ਜਿਨ੍ਹਾਂ ਨਾਲ ਉਹਨਾਂ ਨੇ ਲੜਾਈ ਝਗੜਾ ਨਹੀਂ ਕੀਤਾ। ਬੱਚੇ ਤਾਂ ਦੂਰ ਦੀ ਗੱਲ ਆ। ਔਰ ਰਹੀ ਗੱਲ ਜਿਮ ਦੇ ਵਿੱਚ ਵੀ, ਕੱਲਾ ਮੈਂ ਪਹਿਲਾ ਇਨਸਾਨ ਨਹੀਂ ਹੈ ਜਿਨ੍ਹਾਂ ਨਾਲ ਲੜਾਈ ਕੀਤੀ। ਮੇਰੇ ਤੋਂ ਪਹਿਲਾਂ ਵੀ 2-4-5 ਵਾਰ ਉਹਨਾਂ ਦੀ ਲੜਾਈ ਹੋ ਚੁੱਕੀ ਹੈ ਔਰ ਹਮੇਸ਼ਾ ਆਏ ਦਿਨ ਉਹ ਝਗੜਾ ਕਰਦੇ ਹੀ ਰਹਿੰਦੇ। ਬਾਕੀ ਜਿੱਦਾਂ ਕਿ ਤੁਹਾਨੂੰ ਪਤਾ, ਮਨੋਜ ਜੀ ਨੂੰ ਸਾਰੇ ਜਾਣਦੇ ਆ, ਕੈਂਟ ਨਿਵਾਸੀ ਵੀ, ਜਲੰਧਰ ਨਿਵਾਸੀ ਵੀ, ਔਰ ਉਹਨਾਂ ਦੇ ਮੂੰਹ ਤੋਂ ਹੀ ਮਾਂ ਭੈਣ ਦੀ ਗੱਲ ਰਹਿੰਦੀ ਆ ਤੇ ਗੱਲ ਕੌਣ ਕਰਦਾ ਸਾਰਿਆਂ ਨੂੰ ਪਤਾ। ਉਹਨਾਂ ਦਾ ਕਹਿਣਾ ਕਿ ਤੁਸੀਂ ਉਹਦੇ ਉੱਤੇ ਸਭ ਤੋਂ ਪਹਿਲਾਂ ਹੱਥ ਚੁੱਕਿਆ। ਦੇਖੋ ਜੀ, ਮੈਂ ਕਿਸੇ ਤੇ ਕਿਉਂ ਹੱਥ ਚੱਕੂਗਾ? ਇੱਕ ਬੋਡੀ ਬਿਲਡਰ ਇੰਨੀ ਮੁਸ਼ਕਿਲ ਨਾਲ ਤਿਆਰੀ ਕਰਦਾ ਔਰ ਉਹਨੂੰ ਸ਼ੌਕ ਥੋੜੀ ਆ ਕਿਸੇ ਤੇ ਹੱਥ ਚੱਕਣ ਦਾ। ਸੁਨੀਲ ਜੀ, ਮਨੋਜ ਜੀ ਦਾ ਕਹਿਣਾ ਕਿ ਤੁਸੀਂ ਉਹਨਾਂ ਦੇ ਸਿਰ ਤੇ ਡੰਬਲ ਕਿਉਂ ਮਾਰਿਆ? ਮੈਂ ਜੀ ਉਹਨਾਂ ਦੇ ਸਿਰ ਤੇ ਕਿਉਂ ਡੰਬਲ ਮਾਰੂੰਗਾ? ਪਹਿਲੀ ਗੱਲ ਤਾਂ ਜਿੱਥੇ ਮੈਂ ਐਕਸਰਸਾਈਜ਼ ਕਰਦਾ, ਮੈਨੂੰ ਇੰਨਾ ਚਿਰ ਹੋ ਗਿਆ ਜਿਮ ਨੂੰ ਮੈਂ ਆਪਣਾ ਮੰਦਿਰ ਸਮਝਦਾ, ਰੱਬ ਸਮਝਦਾ, ਤੇ ਮੈਂ ਉੱਥੇ ਇੱਦਾਂ ਦਾ ਕੰਮ ਕਿਉਂ ਕਰੂੰਗਾ? ਜਦ ਇਹ ਪੱਖੇ ਦੀ ਗੱਲ ਹੋਈ, ਉਹਨਾਂ ਨੇ 5ਵੀਂ ਵਾਰੀ ਪੱਖਾ ਚਲਾਇਆ ਤੇ ਮੇਰੇ ਉੱਪਰ ਚੜ ਕੇ ਗੱਲ ਕਰ ਰਹੇ ਪਏ ਸੀ, ਬਾਰ-ਬਾਰ ਉੱਪਰ ਚੜ ਕੇ ਔਰ ਉੱਚਾ ਬੋਲਣ ਲੱਗ ਗਏ। ਜਿਮ ਦੇ ਵਿੱਚ ਸਾਰੇ ਜਿਹੜੇ ਖੜੇ ਸੀ ਉਹਨਾਂ ਨੂੰ ਪਤਾ ਕਿੰਨਾ ਹਾਈ ਸਕੇਲ ਕਰ ਲਿਆ ਔਰ ਮੇਰੇ ਉੱਪਰ ਚੜ ਕੇ। ਮੈਂ ਉਹਨਾਂ ਨੂੰ ਕਿਹਾ ਕਿ ਮਨੋਜ ਜੀ ਪਿੱਛੇ ਹੋ ਕੇ ਮੇਰਾ ਬ੍ਰਦਰ ਗੱਲ ਕਰ, ਮੂੰਹ ਤੇ ਥੁੱਕ ਆਉਂਦਾ ਪਿਆ, ਲੇਕਿਨ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਜਦ ਕਿ ਮੈਂ ਡੰਬਲ ਸੈਕਸ਼ਨ ਤੇ ਗਿਰ ਗਿਆ। ਉਸ ਤੋਂ ਬਾਅਦ ਉਹਨਾਂ ਨੇ ਜੇਬ ਤੋਂ ਪੰਚ ਕੱਢਿਆ, ਮੇਰੇ ਉੱਪਰ ਕਈ ਪ੍ਰਹਾਰ ਕੀਤੇ, ਕਈ ਵਾਰ ਕੀਤੇ, 5-7 ਵਾਰੀ ਵਾਰ ਕੀਤਾ, ਜਿਹਦੇ ਨਾਲ ਮੇਰੇ ਲੈਫਟ ਹੈਂਡ ਤੇ ਸੱਟ ਲੱਗ ਗਈ ਔਰ ਮੈਂ ਲਹੂ ਲੁਹਾਨ ਹੋ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਜਦ ਮੈਂ ਉੱਠ ਕੇ ਦੇਖਿਆ ਕਿ ਮੇਰੇ ਲਹੂ ਲੁਹਾਨ ਆ, ਮੁੰਡਿਆਂ ਨੇ ਮੈਨੂੰ ਪਿੱਛੋਂ ਫੜ ਲਿਆ ਜਿੰਨੇ ਵੀ ਸੀਗੇ ਕਿ ਭਾਜੀ ਛੱਡੋ ਤੇ ਉਸ ਤੋਂ ਬਾਅਦ ਇਹ ਥੱਲੇ ਚਲੇ ਗਿਆ। ਮੈਨੂੰ ਨਹੀਂ ਪਤਾ ਇਹ ਕਹਿੰਦਾ ਮੇਰੇ ਸੱਟ ਲੱਗੀ ਹੈ, ਕਿਹੜੇ ਟਾਈਮ ਇਹਦੇ ਸੱਟ ਲੱਗੀ, ਮੈਨੂੰ ਉਹਦਾ ਕੁਝ ਨਹੀਂ ਜਾਣਕਾਰੀ। ਫਿਰ ਸੱਚਾਈ ਹੈ ਕਿ ਮਨੋਜ ਜੀ ਦੇ ਹੱਥ ਤੇ ਚੋਟ ਕਿੱਦਾਂ ਲੱਗੀ?
ਦੇਖੋ ਜੀ, ਇੱਕ ਪਾਸੇ ਇਹ ਵੀਡੀਓ ਦੇ ਵਿੱਚ ਕਹਿੰਦੇ ਪਏ ਆ ਕਿ ਸੁਨੀਲ ਨੇ ਮੇਰੇ ਸਿਰ ਤੇ ਡੰਬਲ ਮਾਰਿਆ, ਦੂਸਰੇ ਪਾਸੇ ਇਹ ਕਹਿੰਦੇ ਪਏ ਆ ਕਿ ਮੇਰੇ ਹੱਥ ਫ੍ਰੈਕਚਰ ਹੈਗਾ। ਮੈਂ ਤੁਹਾਨੂੰ ਸੱਚਾਈ ਦੱਸਦਾ, ਹੱਥ ਫ੍ਰੈਕਚਰ ਹੋਣ ਦਾ ਕਾਰਨ ਕੀ ਆ ਕਿ ਜਿਹੜੇ ਹੱਥ ਨਾਲ ਇਹਨੇ ਮੇਰੇ ਜਿਹੜੇ ਬਾਕਸਿੰਗ ਮਾਰੀ ਆ ਪੰਚ ਪਾ ਕੇ, ਮੇਰੇ 8-10 ਵਾਰੀ ਇਹਨਾਂ ਨੇ ਹਿੱਟ ਕੀਤਾ ਤੇ ਉਹਦੇ ਨਾਲ ਹੀ ਮੇਰੀ ਜਿਹੜੀ ਆ ਰਾਈਟ ਹੈਂਡ ਦੀ ਆਈ ਜਿਹੜੀ ਅੱਖ ਆ ਉਹ ਚਲੀ ਗਈ। ਤੇ ਤੁਹਾਡੇ ਕੋਲ ਇਹਦਾ ਕੋਈ ਸਬੂਤ ਹੈ? ਹਾਂ, ਮੇਰੇ ਕੋਲ ਇਹਦਾ ਪੂਰਾ ਸਬੂਤ ਵੀ ਆ। ਜਿਹੜੀ ਮੇਰੀ ਅੱਖ ਦੀ ਰੋਸ਼ਨੀ ਚਲੀ ਗਈ, ਇਹਨਾਂ ਦੇ ਹੱਥ ਦੇ ਉੱਪਰ ਸੱਟ ਲੱਗੀ ਹੈ। ਜਿੱਦਾਂ ਕਿ ਤੁਸੀਂ ਦੇਖਦੇ ਪਿਓ, ਇਹਨਾਂ ਨੇ ਜਦ ਬਾਹਰ ਗਏ ਗਰਮ ਪੱਟੀ ਬੰਨੀ ਹੋਈ ਆ, ਔਰ ਗਰਮ ਪੱਟੀ ਇਸ ਲਈ ਬੰਨੀ ਕਿਉਂਕਿ ਇਹਨਾਂ ਨੇ ਬਹੁਤ ਤੇਜ਼ ਮੇਰੇ ਪੰਚ ਮਾਰੇ ਆ, ਜਿਹਦੇ ਕਰਕੇ ਮੇਰੀ ਰੋਸ਼ਨੀ ਚਲ ਗਈ। ਮੈਨੂੰ ਕਲਾਉਡ ਦੇ ਉੱਪਰ ਜਿਹੜਾ ਮੇਰਾ ਅੱਖ ਦੇ ਉੱਪਰ ਬਲੱਡ ਜੰਮ ਗਿਆ, ਜਿਹਦਾ ਮੈਨੂੰ ਆਪਰੇਸ਼ਨ ਦੱਸਿਆ, ਜਿੱਦਾਂ ਮੈਂ ਬਾਰ-ਬਾਰ ਦੱਸ ਰਿਹਾ। ਹਾਂ, ਇਹਨਾਂ ਨੇ ਉਸ ਤੋਂ ਬਾਅਦ ਜਾ ਕੇ ਇਹ ਬਾਹਰ ਚਲੇ ਗਏ, ਦੁਬਈ ਘੁੰਮਣ ਗਏ ਆ। ਤੁਸੀਂ, ਮੈਂ ਦਿਖਾਊਂਗਾ ਤੁਹਾਨੂੰ ਇਹਨਾਂ ਦੀ ਫੋਟੋ, ਤੇ ਮੈਂ ਕਹੂੰਗਾ ਇਹ ਫੋਟੋ ਜ਼ੂਮ ਕਰਕੇ ਦਿਖਾਈ ਜਾਵੇ। ਤੇ ਇਹਦੇ ਵਿੱਚ ਤੁਸੀਂ ਦੇਖੋ ਕਿ ਕਿਤੇ ਵੀ ਇਹਨਾਂ ਦੀ ਜਿਹੜੀ ਉਂਗਲ ਆ ਜਾਂ ਹੱਥ ਆ, ਕਿਤੇ ਤੁਹਾਨੂੰ ਫ੍ਰੈਕਚਰ ਨਜ਼ਰ ਆਉਂਦਾ? ਜੇ ਅਗਰ ਇਹ ਕਹਿੰਦੇ ਮੇਰੀ ਚੀਚੀ ਉਂਗਲ ਵੀ ਫ੍ਰੈਕਚਰ ਹੈਗੀ ਆ, ਕਿ ਤੁਹਾਨੂੰ ਕਿਤੇ ਇਹਨਾਂ ਦੀ ਉਂਗਲ ਫ੍ਰੈਕਚਰ ਆ ਰਹੀ ਹੈ ਨਜ਼ਰ? ਔਰ ਇਹਨਾਂ ਦੀ ਨਜ਼ਰ ਆ ਰਹੀ ਹੈ। ਔਰ ਫਿਰ ਤੁਸੀਂ ਇੱਕ ਗੱਲ ਵੱਡੀ ਗੌਰ ਕਰੋਗੇ ਕਿ ਇਹਨਾਂ ਨੇ ਇਸ ਆਈਡੀ ਤੇ ਫੋਟੋ ਪਾਈ। ਫੋਟੋ ਪਾਉਣ ਤੋਂ ਬਾਅਦ ਇੰਸਟਾ ਤੇ ਇਹਨਾਂ ਨੇ ਫੋਟੋ ਡਿਲੀਟ ਕਰਤੀ। ਫੋਟੋ ਡਿਲੀਟ ਤਾਂ ਉਹੀ ਕਰੂੰਗਾ ਨਾ ਜਿਹਨਾਂ ਦੇ ਦਿਲ 'ਚ ਚੋਰ ਹੋਊਗਾ। ਅਗਰ ਮੇਰੇ ਦਿਲ 'ਚ ਚੋਰ ਆ, ਮੈਂ ਫੋਟੋ ਤਾਂ ਡਿਲੀਟ ਕਰੂੰਗਾ। ਇਹਨਾਂ ਨੇ ਫੋਟੋਆਂ ਡਿਲੀਟ ਕਿਉਂ ਕੀਤੀਆਂ? ਕਿਉਂਕਿ ਇਹ ਸਹੀ ਸਲਾਮਤ ਸੀ ਔਰ ਠੀਕ ਸੀਗੇ। ਹਾਂਜੀ, ਉਹਨਾਂ ਦਾ ਕਹਿਣਾ ਕਿ ਤੁਸੀਂ ਸਾਰੇ ਇਕੱਠੇ ਐਸੋਸੀਏਸ਼ਨ ਵਾਲੇ ਕਮਿਸ਼ਨਰ ਸਾਹਿਬ ਕੋਲ ਇਕੱਠੇ ਹੋ ਕੇ ਗਏ, ਇਹ ਸਾਰੇ ਪੱਤਰਕਾਰ ਫੇਕ ਨੇ। ਹਾਂਜੀ, ਬਿਲਕੁਲ ਜੀ। ਮੈਂ ਪਹਿਲਾਂ ਤਾਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿਹੜੇ ਵੀ ਮੇਰੇ ਪੱਤਰਕਾਰ ਭਰਾ ਨਾਲ ਗਏ ਸੀ, ਉਹ ਸਾਰੇ ਸੀਨੀਅਰ ਆ ਔਰ ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਪੱਤਰਕਾਰਤਾ ਤੋਂ ਦੀ ਆ। ਇੱਦਾਂ ਦੇ ਉਹਦੇ ਵਿੱਚ ਪੱਤਰਕਾਰ ਆ, ਤਾਂ ਕਿਸੇ ਨੂੰ ਵੀ ਇੱਦਾਂ ਦੇ ਅਪਸ਼ਬਦ ਨਾ ਬੋਲੋ। ਔਰ ਜਿਹੜੀ ਵੀ ਇਹਨਾਂ ਨੇ ਉਹ ਖਬਰ ਲਵਾਈ ਆ, ਜਿਨ੍ਹਾਂ ਨੂੰ ਫੇਕ ਕਿਹਾ ਪੱਤਰਕਾਰਾਂ, ਸਾਰੇ ਮੇਰੇ ਭਰਾਵਾਂ ਨੂੰ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰੂੰਗਾ, ਉਸ ਵੈਬਸਾਈਟ ਤੇ, ਉਸ ਪੋਰਟਲ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਔਰ ਤੇ ਇਹ ਮਨੋਜ ਤੇ ਵੀ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਸੀਨੀਅਰ ਪੱਤਰਕਾਰਾਂ ਨੂੰ ਇੱਕ ਫੇਕ ਦੱਸਦਾ ਪਿਆ। ਉਹ ਦੂਸਰੀ ਗੱਲ, ਅਸੀਂ ਕਮਿਸ਼ਨਰ ਸਾਹਿਬ ਕੋ ਗਏ ਸੀਗੇ, ਉਹ ਇਸ ਲਈ ਗਏ ਸੀ ਕਿ MLR ਦੇ ਰਿਗਾਰਡਿੰਗ 14 ਤਰੀਕ ਨੂੰ ਲੜਾਈ ਹੁੰਦੀ, 16 ਤਰੀਕ ਨੂੰ ਇਹ ਬਾਹਰ ਚਲੇ ਜਾਂਦੇ, 21 ਤਰੀਕ ਨੂੰ ਵਾਪਸ ਆਉਂਦੇ ਆ, 24 ਤਰੀਕ ਨੂੰ ਦੁਬਾਰਾ ਸਿਰ ਲੈ ਕੇ ਸਿਵਲ ਹਸਪੀਟਲ ਜਾਂਦੇ ਆ। ਹੁਣ ਤੁਸੀਂ ਆਪ ਸਮਝਦਾਰ ਹੋ, ਸਿਵਲ ਹਸਪੀਟਲ ਕੀ 14 ਨੂੰ ਲੜਾਈ ਹੋਈ, 24 ਤਰੀਕ ਤੱਕ ਇਹਨਾਂ ਦੇ ਸਿਰ ਚੋਂ ਖੂਨ ਨਿਕਲਦਾ ਹੀ ਪਿਆ ਸੀ। ਇਹ ਦੁਬਾਰਾ ਉੱਥੇ ਜਾ ਕੇ ਪੱਟੀ ਕਰਾਉਂਦੇ, ਜਦ ਕਿ ਮੈਂ ਬਾਰ-ਬਾਰ ਉਹ ਫੋਟੋ ਤੁਹਾਨੂੰ ਦਿਖਾਣਾ ਪਿਆ, ਉਹਦੇ ਵਿੱਚ ਇਹਨਾਂ ਦੇ ਸਿਰ ਤੇ ਕੋਈ ਪੱਟੀ ਨਹੀਂ ਆ, ਲੇਕਿਨ 24 ਤਰੀਕ ਨੂੰ ਦੁਬਾਰਾ ਜਾ ਕੇ ਸਿਰ ਤੇ ਪੱਟੀ ਕਰਾ ਰਿਹਾ। ਤੇ ਇਹ ਸਰਾਸਰ ਸਰ ਜਿਹੜੀ ਆ ਪ੍ਰਸ਼ਾਸਨ ਨਾਲ, ਕਾਨੂੰਨ ਨਾਲ ਖਿਲਵਾੜ ਕਰਦੇ ਪਏ ਆ। ਅਸੀਂ ਉਹਦੀ ਜਾਂਚ ਲਈ ਉੱਥੇ ਗਏ ਆ। ਔਰ ਦੂਸਰਾ, ਹੱਥ ਦਾ ਜਿਹੜਾ ਪਲਸਤਰ ਬਣਿਆ ਹੋਇਆ, ਕਿ ਇੱਕ ਤੁਸੀਂ ਗੱਲ ਦੱਸੋ ਕਿ ਕਿਸੇ ਇਨਸਾਨ ਨੂੰ ਅਗਰ ਕੋਈ ਪ੍ਰੋਬਲਮ ਆ, ਮੰਨ ਲਓ ਸਰ ਮੈਂ ਬੋਡੀ ਬਿਲਡਿੰਗ ਦੀ ਤਿਆਰੀ ਕਰ ਰਿਹਾ ਪਿਆ ਸੀ, ਮੇਰਾ ਕੰਪੀਟੀਸ਼ਨ ਸੀਗਾ, ਇੰਨੀ ਲਗਨ ਨਾਲ ਮੈਂ ਤਿਆਰੀ ਕੀਤੀ, ਜਦ ਮੇਰੇ ਨਾਲ ਲੜਾਈ ਹੋਈ, ਮੇਰੇ ਤੇ ਹਮਲਾ ਆਇਆ, ਉਸ ਤੋਂ ਬਾਅਦ ਮੈਂ ਆਪਣਾ ਕੰਪੀਟੀਸ਼ਨ ਨਹੀਂ ਖੇਲ ਪਾਇਆ। ਮੈਨੂੰ ਪਹਿਲਾਂ ਆਪਣੀ ਅੱਖ, ਆਪਣੀ ਜਾਨ ਪਿਆਰੀ ਸੀ, ਲੇਕਿਨ ਇਹਨਾਂ ਨੂੰ ਆਪਣਾ ਇੰਜੋਏ ਪਿਆਰਾ ਸੀ। ਇੱਕ ਬਾਹਰ ਦੀ ਟਿਕਟਾਂ ਸੀ, ਉਹ ਕੈਂਸਲ ਹੋ ਸਕਦੀਆਂ ਸੀ, ਲੇਕਿਨ ਇਹਨਾਂ ਦਾ ਹੱਥ ਔਰ ਸਾਰਾ ਕੁਝ ਸਹੀ ਸਲਾਮਤ ਸੀ। ਇਹ ਸਿਰਫ ਔਰ ਸਿਰਫ ਦੁਨੀਆ ਨੂੰ, ਲੋਕਾਂ ਨੂੰ ਔਰ ਪ੍ਰਸ਼ਾਸਨ ਨੂੰ ਗੁੰਮਰਾਹ ਕਰ ਰਿਹਾ, ਔਰ ਜਿਹੜਾ ਕਿ ਕਾਨੂੰਨ ਨਾਲ ਖੇਡਦੇ ਪਏ ਆ, ਜਿੱਦਾਂ ਕਿ ਲੀਡਰਾਂ ਦੀ ਆਦਤ ਹੁੰਦੀ ਹੈ ਕਾਨੂੰਨ ਨਾਲ ਖੇਡਣ ਦੀ, ਔਰ ਇਹ ਖੇਡ ਖੂਡ ਕੇ ਨਿਕਲ ਜਾਂਦੇ। ਲੇਕਿਨ ਮੈਂ ਰਿਕਵੈਸਟ ਕਰੂੰਗਾ, ਔਰ ਮੈਨੂੰ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਆ ਕਿ ਇਸ ਵਾਰ ਇਹਨੂੰ ਨਿਕਲ ਨਹੀਂ ਦਿੱਤਾ ਜਾਊਗਾ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ पॉलिटिकल दबाव में आके आपके ऊपर कार्रवाई नहीं कर रही। पुलिस, मैं दोबारा चाहूंगा कि दोबारा पूछा जाए सवाल। ਉਹਨਾਂ ਦਾ ਕਹਿਣਾ ਹੈ ਪੁਲਿਸ पॉलिटिकल दबाव में आके आपके ऊपर कार्रवाई नहीं कर रही। ਸਰ ਦੇਖੋ, ਇੱਕ ਪੱਤਰਕਾਰ ਨੂੰ ਕੀ ਜ਼ਰੂਰਤ ਹੈਗਾ ਕਿਸੇ ਦਾ ਦਬਾਅ ਪਵਾਈਏ? ਪੱਤਰਕਾਰ ਤਾਂ ਆਪਣੇ ਆਪ 'ਚ ਇੱਕ ਮਿਸਾਲ ਹੁੰਦੀ ਹੈ ਔਰ ਸੱਚਾਈ ਦੀ। ਅਸੀਂ ਹਮੇਸ਼ਾ ਆਪਣੇ ਚੈਨਲ ਤੇ, ਆਪਣੇ ਹੋਟਲਾਂ ਤੇ, ਅਖਬਾਰਾਂ 'ਚ ਹਮੇਸ਼ਾ ਸੱਚ ਲਿਖਿਆ। ਉਹ ਸਾਨੂੰ ਕੀ ਲੋੜ ਆ ਕਿਸੇ ਲੀਡਰ ਸਾਹਿਬਾਨ ਦਾ ਦਬਾਅ ਪਵਾਉਣ ਦੀ, ਕਿਉਂਕਿ ਅਸੀਂ ਸੱਚੇ ਇਨਸਾਨ ਆ। ਦੂਜੀ ਗੱਲ, ਅਗਰ ਤੁਸੀਂ ਮਨੋਜ ਜੀ ਦੀ ਗੱਲ ਕਰੋਗੇ, ਇਹਨਾਂ ਦੇ ਚੈਨਲ ਤੇ ਜਾ ਕੇ ਦੇਖੋ, ਇਹਨਾਂ ਦੇ ਫੇਸਬੁੱਕ ਅਕਾਊਂਟ ਦੇ ਵਿੱਚ ਜਾ ਕੇ ਦੇਖੋ, ਪੂਰੇ ਲੀਡਰਾਂ ਨਾਲ ਇਹਨਾਂ ਦੀ ਫੋਟੋਆਂ ਭਰੀਆਂ ਹੋਈਆਂ। मैं चाहूँगा एक बार तुसी वो भी देख लो, उत्ते झलक मार लो, जिन्हें भी लीडर साहबान आ। फिर इन्होंने पॉलिटिकल दबाव पाया या मैं पाया? और रही गल इन्होंने किस पार्टी का दबाव पाया, मेरे को ये भी प्रूफ है, ये भी सबूत है, और किहड़ा बंदा इन्हां दा साथ दे रहा, मैं सारियां गल्लां तुहाडे सामने रखूँगा। आने वाले टाइम 'च वो भी मैं साबित कर दूंगा। मेरे को रिकॉर्डिंग भी हैगी कि किहड़ी पार्टी और किन्हां दा इन्हां ने फोन कराया। ਤੇ ਮਨੋਜ ਜੀ ਦਾ ਕਹਿਣਾ ਇਹਨਾਂ ਨਾਲ ਸਾਡਾ ਕੋਈ ਪੈਸੇ ਦਾ ਲੈਣ ਦੇਣ ਹੈ, ਇਸ ਕਰਕੇ ਇਹਨਾਂ ਨੇ ਸਾਡੇ ਪੈਸੇ ਮਿੱਟੀ ਕਰਨ ਕਰਕੇ ਲੜਾਈ ਕੀਤੀ ਮੇਰੇ ਨਾਲ।
ਦੇਖੋ ਜੀ ਪੈਸੇ ਦਾ ਲੈਣ ਦੇਣ ਇਹਨਾਂ ਦੇ ਫਾਦਰ ਸਾਹਿਬ ਨਾਲ ਮੇਰਾ ਜ਼ਰੂਰ ਸੀਗਾ, ਸਹੀ ਗੱਲ ਇਹਨਾਂ ਨੇ ਕਹੀ ਆ। ਉਹ ਵੀ ਮੈਂ ਆਪਣੀ ਮੈਰਿਜ ਤੇ 70000 ਰੁਪਏ ਇਹਨਾਂ ਕੋਲ ਲਿਆ ਸੀ, ਜਿਹਦਾ ਇਹਨਾਂ ਨੇ ਵਿਆਜ ਪਾ ਕੇ ਮੇਰੇ ਕੋਲ 2.5 ਲੱਖ ਰੁਪਏ 2.5 ਲੱਖ ਰੁਪਏ ਮੈਂ ਇਹਨਾਂ ਨੂੰ ਦੇ ਚੁੱਕਿਆ ਪਿਛਲੇ ਮਹੀਨੇ। ਮੈਂ ਤੁਹਾਨੂੰ ਉਹਦਾ ਵੀ ਜਿਹੜਾ ਪ੍ਰੂਫ ਆ ਉਹ ਦਿਖਾ ਦੂੰਗਾ। ਜਿਹੜੇ ਮੈਂ ਇਹਨਾਂ ਨੂੰ ਪੇਮੈਂਟਾਂ ਕੀਤੀਆਂ, ਦੇਖੋ ਮੈਂ ਤੁਹਾਨੂੰ ਦਿਖਾਣਾ ਕਿ ਮੈਂ ਆਨਲਾਈਨ ਪੇਮੈਂਟ ਕੀਤੀ ਹੈ ਇਹਨਾਂ ਦੇ ਫਾਦਰ ਸਾਹਿਬ ਦੇ ਅਕਾਊਂਟ ਦੇ ਵਿੱਚ। ਮੈਂ ਹਰ ਮਹੀਨੇ 10000 ਰੁਪਏ ਪਾਉਂਦਾ ਰਿਹਾ, ਠੀਕ ਹੈ ਜੀ। ਜਿਹਦਾ ਸਾਰਾ ਮੇਰੇ ਕੋਲ ਰਿਕਾਰਡ ਆ, ਮੈਂ ਤੁਹਾਨੂੰ ਫੋਟੋਕਾਪੀ ਵੀ ਦੇ ਦੂੰਗਾ, ਅਕਾਊਂਟ ਦੀ ਸਟੇਟਮੈਂਟ ਵੀ ਦੇ ਦੂੰਗਾ, ਤੁਸੀਂ ਦੇਖ ਸਕਦੇ ਹੋ। ਇੱਕ 1.5 ਲੱਖ ਰੁਪਈਆ ਜਿਹੜਾ ਮੈਂ ਇਹਨਾਂ ਦੇ ਅਕਾਊਂਟ 'ਚ ਪਾਇਆ, ਔਰ 30,000 ਇੱਕ ਔਰ 24,000 ਇੱਕ ਮੈਂ ਇਹਨਾਂ ਨੂੰ ਵਿਆਜ ਦੇ ਕੇ, ਜਿਹਦਾ ਗਵਾਹ ਇੱਥੇ ਆਪਣਾ ਮੋਨੂ ਆ ਦੀਪਨਗਰ ਦਾ ਮੁੰਡਾ, ਜਿਹਦੇ ਨਾਲ ਮੈਂ ਜਾ ਕੇ ਦੇ ਕੇ ਆਇਆ ਸੀ। ਉਹ ਜਿੱਥੇ ਕਹੋਗੇ ਉਹ ਉੱਥੇ ਆ ਕੇ ਗਵਾਹੀ ਦੇ ਸਕਦਾ। ਦੇਖੋ ਜੀ, ਜਿਹੜੀ ਵੀ ਮੈਂ ਪੇਮੈਂਟ ਲਿੱਤੀ ਸੀ, ਪੈਸੇ ਲਿੱਤੇ ਸੀ, ਉਹ ਤਾਂ ਮੈਂ ਇਹਨਾਂ ਨੂੰ ਵਾਪਸ ਕਰਤੇ। ਲੇਕਿਨ ਮੈਂ ਇੱਕ ਵਾਰ ਕਹਿਣਾ ਚਾਹੂੰਗਾ, ਇਹ ਪੈਸੇ ਦਾ ਲੈਣ ਦੇਣ ਸੀ, ਮੈਂ ਮੀਡੀਆ ਦੇ ਵਿੱਚ ਨਹੀਂ ਲਿਆਉਣਾ ਚਾਹੁੰਦਾ ਹੈ। ਤੇ ਲੇਕਿਨ ਇਹਨਾਂ ਨੇ ਜਦ ਇਹ ਗੱਲ ਚੱਕੀ ਆ, ਇਹਨਾਂ ਨੇ ਆਰੋਪ ਲਗਾਏ ਆ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਲੋਕ ਕਿਸ ਤਰੀਕੇ ਨਾਲ 70,000 ਦੇ 50,000 ਦੇ 2-2.5 ਲੱਖ ਬਣਾਉਂਦੇ ਆ। ਮੈਂ ਚਾਹੁੰਦਾ ਕਿ ਇਹਨਾਂ ਤੇ ਵੀ ਇਨਕੁਆਇਰੀ ਕਰਾਈ ਜਾਵੇ, ਕਾਰਵਾਈ ਕਰਾਈ ਜਾਵੇ, ਕਿਉਂਕਿ ਆਰਬੀਆਈ ਦੀ ਗਾਈਡਲਾਈਨ ਦੇ ਹਿਸਾਬ ਨਾਲ ਕੀ ਇਹ ਵਿਆਜ ਤੇ ਪੈਸਾ ਦੇ ਸਕਦੇ ਹੋ ਵੀ 10%, ਔਰ ਕੀ ਅਗਰ ਇਹ ਵਿਆਜ ਤੇ ਪੈਸਾ ਦੇ ਰਿਹਾ ਉਹਦਾ ਪ੍ਰੋਪਰ ਟੈਕਸ ਭਰਦੇ ਪਿਆ, ਕੀ ਇਹਨਾਂ ਕੋਲ ਲਾਇਸੈਂਸ ਹੈਗਾ, ਇਹਨਾਂ ਦੀ ਜਾਂਚ ਕਰਾਈ ਜਾਵੇ, ਔਰ ਇੰਨਾ ਪੈਸਾ ਇਹਨਾਂ ਕੋਲ ਆ ਕਿੱਥੋਂ ਰਿਹਾ। ਇਹ ਸਾਰੀ ਮੈਂ ਚਾਹੁੰਦਾ ਕਿ ਇਹਨਾਂ ਦੀ ਜਾਂਚ ਕਰਾਈ ਜਾਵੇ, ਔਰ ਇਹਨਾਂ ਤੇ ਇਸ ਦੀ ਵੀ ਕਾਰਵਾਈ ਕੀਤੀ ਜਾਵੇ। ਹਰ ਗਰੀਬ ਬੰਦੇ ਨਾਲ, ਜਦ ਗਰੀਬ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਲੋੜ ਹੁੰਦੀ ਆ, ਤਾਂ ਇਹ ਉਹਨੂੰ 10% ਤੇ ਪੈਸਾ ਦੇ ਕੇ ਉਹਨਾਂ ਦੇ ਰਿਸ਼ਤੇਦਾਰ ਬਣ ਜਾਂਦੇ ਆ। ਸੁਨੀਲ ਜੀ, ਕਲਾਸ਼ ਤੋਂ ਵਾਲਾ ਸੀ ਤੁਹਾਡੇ ਦਾ ਪੁੱਛਣਾ ਚਾਹਦੇ, ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਇੱਕ ਬੋਡੀ ਬਿਲਡਰ ਹੋ, ਪੱਤਰਕਾਰ ਨਹੀਂ। ਦੇਖੋ ਜੀ, ਉਹ ਮੈਂ ਆਪਣੇ ਭਰਾ ਦਾ ਕਹੂੰਗਾ, ਸ਼ਾਇਦ ਉਹਨਾਂ ਦਾ ਦਿਮਾਗੀ ਸੰਤੁਲਨ ਸਹੀ ਨਹੀਂ ਆ। ਕਿਉਂ? ਇੱਕ ਬੋਡੀ ਬਿਲਡਰ ਪੱਤਰਕਾਰ ਨਹੀਂ ਹੋ ਸਕਦਾ, ਪੱਤਰਕਾਰ ਇੱਕ ਬੋਡੀ ਬਿਲਡਰ ਨਹੀਂ ਹੋ ਸਕਦਾ। ਕਿਉਂਕਿ ਮੈਂ ਤਾਂ ਚਾਹੁੰਦਾ ਜਿੰਨੇ ਵੀ ਪੱਤਰਕਾਰ ਆ ਸਾਰੇ ਆ ਸਮਾਜ ਦੇ ਵਿੱਚ ਫਿਟ ਰਹਿਣ, ਉਹ ਤੰਦਰੁਸਤ ਰਹਿਣ। ਸਾਰਿਆਂ ਨੂੰ ਜਿਮ ਜਾਣਾ ਚਾਹੀਦਾ, ਆਪਣੀ ਜਿਹੜੀ ਫਿਟਨੈਸ ਆ ਉਹਦਾ ਧਿਆਨ ਰੱਖਣਾ ਚਾਹੀਦਾ। ਔਰ ਇੱਦਾਂ ਦੇ ਜਦ ਅਸੀਂ ਵਰਕਆਊਟ ਕਰਦੇ ਆ, ਉਹਦੇ ਨਾਲ ਸਾਡੀ ਜਿਹੜੀ ਇੰਟਰਨਲ ਆ ਸਾਨੂੰ ਮਜ਼ਬੂਤੀ ਮਿਲਦੀ ਆ। ਔਰ ਮੈਂ ਚਾਹੁੰਦਾ ਕਿ ਹਰ ਕਿਸੇ ਨੂੰ ਬੋਡੀ ਬਿਲਡਰ बनना चाहिए, वर्कआउट करना चाहिए, एक्सरसाइज करनी चाहिए। आम इंसान को भी पत्रकारिता दूर की गल है। दूसरी गल, मैंने 14 साल हो गया ये पत्रकारिता लाइन दे विच, और बचपन तो ही मैंने बॉडी बिल्डिंग का शौक आ। देखो जी, मेरा ऑफिस आ 14 साल तो दीपनगर अजीत पैलेस दे विच। जद असी कोई भी चैनल चलाने या कोई भी अखबार चलाने तो सानू एक ऑफिस की जरूरत होंदी, स्टाफ की जरूरत होंदी आ, वर्क की जरूरत होंदी है। कि तुसी मनोज जी तो यह सवाल किया कि वो एक चैनल चला रहे, वो भी ओनली यूट्यूब चैनल, कि उन्होंने को कोई ऑफिस हैगा, कोई स्टाफ हैगा, कुछ भी नहीं है। जबकि मेरा 2018 का चैनल चलता पाया, और मैं अखबारों के भी 14 साल तो प्रिंट मीडिया के काम करता पाया। उन्होंने को इदा का कुछ भी नहीं है, और वो अपनी आइडेंटिटी छुपा रहे, मैं नहीं। जबकि उन्होंने एक छोटा जिहा सलून आ, ठीक है जी। उस तो बाद वो एक कांग्रेस के अपने आप को पोलिटिकल लीडर कहते हैं, कांग्रेस सेवा दल के जिहदी फोटोआं तुसीं फेसबुक पर देख सकते हो। मैं कहूँगा कि फेसबुक पर जाके जिहड़े भी दर्शक देख रहे हैं उन्होंने फोटोआं देख लो, और सारिआं नूं उन्हां बारे पता ही आ, ठीक है जी। वो अपनी आइडेंटिटी छुपा रहे। और कैंट दे विच मेरा इन्ना का नाम आ, असी अज तो 5 साल तो वर्क कर रहे, 5 तो 6 साल हो गए, अज तक असी खबर लाने किसी को 1 रुपया नहीं लिता। लेकिन इन्हां दा पुछो, चाहे मंदिर दे विच जाके पुछो, चाहे छोटी मोटी कोई भी खबर जाके पुछो, एक खबर लाने तो पहला पैसा मांगते हो। और सब तो वड्डी गल, कोई भी बिल्डिंग या कोई भी दुकान, कोई भी गरीब इंसान कितनी मुश्किल ना अपना घर बनाता, तो कैंट दे विच जाके अगर कोई थड़ा भी बना रहा तो ये लोग शक्तिमान बन के फोटो खिंचन पहुंच जाते हैं, तो लियाओ जी 500 लियाओ, 1000 लियाओ। जिहदी कंप्लेंट कैंट थाने दे विच भी आ, और साडे ACP साहब बबनदीप सिंह सीगे, उन्हां को भी इन्हां दी कंप्लेंट आई मनोज धनवाल दी, तो इन्हां ने ठगियां मारन लई चैनल बनाए हुए हैं, ठीक है जी। ना कि असी साडे बारे, अगर मेरे बारे कोई भी कह दे, दावे ना कहना कि मैं वो ताड़ी जुत्ती तो मेरा सिर होगा जे मैं किसी को इदा डिमांड की होगी। तो दूसरी गल, जिदा कि अपने खबरों के विच ही, अपने बयानों के विच ही तुसीं देखदे हो, ये कहंदा मैं बाहरों आया, मैं प्रागपुर चौंकी गया, तो पुलिस वाले मैनूं कहंदे पे आ कि मनोज जी तुसीं कंप्लेंट नहीं कराई। तो एक पासे कहंदा मैं आशीर्वाद हॉस्पिटल दे विच गया, आशीर्वाद हॉस्पिटल दे विच 14 तरीक नूं मैं स्कैनिंग कराई है, ये मेरे को स्कैनिंग की रिपोर्ट आ 14 तरीक की। फिर कहंदा डॉक्टर कहंदा तुसीं स्कैनिंग जिहड़े एक्सरे आ, ये कहंदा भी 14 तरीक नूं मैं जाके एक्सरे वगैरह कराया, डॉक्टर कहंदा तुसीं चले जाओ। बाद चो अपने ही बयान च कह रहा कि तुसीं आके एक्सरे करा लिओ, तो अपने ही बयान ये बदलते नजर आते हैं। तो तुसीं आप देखो कितना शातिर दिमाग का इंसान है, और किस तरीके का खेडदा पिया। पैसे के दम के उपर
ਇਹ ਪੱਤਰਕਾਰਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ, ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ। ਇਸ ਲਈ ਮੇਰੇ ਜਿਹੜੇ ਵੀ ਪੱਤਰਕਾਰ ਭਾਈਚਾਰਾ ਉਹ ਸਾਰੇ ਮੇਰੇ ਨਾਲ ਖੜੇ ਆ, ਪੂਰੀ ਉਹਨਾਂ ਨੇ ਜਾਂਚ ਪੜਤਾਲ ਕਰ ਲਈ ਆ, ਇਸ ਲਈ ਸਾਰੇ ਮੇਰਾ ਸਾਥ ਦੇ ਰਹੇ ਪਏ ਆ। ਸੁਨੀਲ ਜੀ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਦੇਖੋ ਜੀ, ਮੈਂ ਪ੍ਰਸ਼ਾਸਨ ਤੋਂ ਸੱਚਾਈ ਦੀ ਔਰ ਸੱਚਾਈ ਦੀ ਜਿੱਤ ਦੀ ਮੰਗ ਕਰਦਾ ਕਿ ਹਮੇਸ਼ਾ ਅਸੀਂ ਸੱਚਾਈ ਦੀ ਲੜਦੇ ਆਏ ਆ ਔਰ ਸੱਚਾਈ ਲਿਖਦੇ ਆਏ ਆ। ਮੈਂ ਚਾਹੁੰਦਾ ਕਿ ਹਮੇਸ਼ਾ ਸੱਚਾਈ ਦੀ ਜਿੱਤ ਹੋਵੇ, ਜਿੱਦਾਂ ਕਿ ਅੱਜ ਤੱਕ ਹੁੰਦੀ ਆਈ ਆ, ਔਰ ਮੈਨੂੰ ਇਨਸਾਫ ਮਿਲੇ। ਤੋ ਮੇਰਾ ਇਨਸਾਫ ਨਹੀਂ, ਉਹ ਇੱਕ ਆਮ ਇਨਸਾਨ ਦਾ ਭਰੋਸਾ ਜਿਹੜਾ ਹਮੇਸ਼ਾ ਪ੍ਰਸ਼ਾਸਨ ਤੇ ਬਣਿਆ ਰਹੂਗਾ, ਅਤੇ ਪੱਤਰਕਾਰ ਨੂੰ ਵੀ ਪਤਾ ਲੱਗੂਗਾ ਔਰ ਆਮ ਇਨਸਾਨ ਨੂੰ ਵੀ ਪਤਾ ਲੱਗੂਗਾ ਕਿ ਜੋ ਪ੍ਰਸ਼ਾਸਨ ਆ ਉਹ ਕਿਸੇ ਦੇ ਦਬਾਅ ਦੇ ਵਿੱਚ ਕੰਮ ਨਹੀਂ ਕਰਦੀ ਆ, ਜੋ ਸਹੀ ਆ ਉਹ ਕੰਮ ਕਰਦੀ ਆ, ਔਰ ਸਹੀ ਨਤੀਜਾ ਜਿਹੜਾ ਤੁਹਾਡੇ ਸਾਹਮਣੇ ਆਉਣ ਵਾਲੇ ਸਮੇਂ ਦੇ ਵਿੱਚ ਆ ਜਾਊਗਾ। ਓਕੇ ਜੀ, ਥੈਂਕ ਯੂ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ, ਆਪਣਾ ਸਮੇਂ ਦੇ ਲਈ ਸਾਨੂੰ ਬੁਲਾਉਣ ਲਈ।